6 ਜੂਨ ਨੂੰ ਹੋਣ ਜਾ ਰਹੇ ਘੱਲੂਘਾਰਾ ਸਮਾਗਮ ਤੋਂ ਪਹਿਲਾਂ ਅੰਮ੍ਰਿਤਸਰ ਦੀ ਸੁਰੱਖਿਆ ਕੜੀ ਕਰ ਦਿੱਤੀ ਗਈ ਹੈ ਤਾਂ ਪੂਰੇ ਸ਼ਹਿਰ ਨੂੰ ਛਾਉਣੀ 'ਚ ਤਬਦੀਲ ਕਰ ਦਿੱਤਾ ਗਿਆ ਹੈ। ਤਾਂ ਅਸੀਂ ਇਸ ਵਕਤ ਅੰਮ੍ਰਿਤਸਰ ਦੇ ਭੰਡਾਰੀ ਪੁਲ ਤੇ ਖੜੇ ਹਾਂ ਜਿੱਥੇ ਕਿ ਪੁਲਿਸ ਦਾ ਇੱਕ ਵੱਡਾ ਪਹਿਰਾ ਅੱਜ ਵੇਖਣ ਨੂੰ ਮਿਲ ਰਿਹਾ ਹੈ। ਤਾਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਭੰਡਾਰੀ ਪੁਲ ਤੋਂ ਨੇ। ਤੁਸੀਂ ਵੇਖ ਸਕਦੇ ਹੋ ਕਿ ਪੁਲਿਸ ਦੇ ਆਲਾ ਅਧਿਕਾਰੀ ਜਿਹੜੇ ਨੇ ਉਹ ਇੱਥੇ ਪਹੁੰਚੇ ਨੇ ਤੇ ਉਹਨਾਂ ਦੇ ਨਾਲ ਜਿਹੜੀ ਐਕਸਟਰਾ ਫੋਰਸ ਜਿਹੜੀ ਹੈ ਪੂਰੇ ਪੰਜਾਬ ਭਰ 'ਚੋਂ ਬੁਲਾਈ ਗਈ ਹੈ ਉਸ ਨੂੰ ਤੈਨਾਤ ਕੀਤਾ ਗਿਆ ਹੈ। ਤਾਂ ਤੁਸੀਂ ਵੇਖ ਸਕਦੇ ਹੋ ਕਿ ਅਤਿਰਿਕਤ ਕੰਪਨੀਆਂ ਜਿਹੜੀਆਂ ਨੇ ਪੁਲਿਸ ਦੀਆਂ ਉਹ ਵੀ ਇੱਥੇ ਪੁੱਜੀਆਂ ਨੇ। ਤਾਂ ਪੂਰਾ ਜਿਹੜਾ ਇਸ ਵਕਤ ਭੰਡਾਰੀ ਪੁਲ ਹੈ ਉਹ ਜਿਹੜਾ ਹੈ ਪੁਲਿਸ ਨਾਲ ਲੈਸ ਕੀਤਾ ਗਿਆ ਹੈ। ਤਾਂ ਹਰ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਵੀ ਜਾਣ ਦਾ ਰਸਤਾ ਹੈ ਕੋਈ ਮੋੜ ਹੈ ਤਾਂ ਉੱਥੇ ਪੁਲਿਸ ਕਰਮੀ ਤੈਨਾਤ ਕੀਤੇ ਗਏ ਨੇ। ਤਾਂ ਤੁਹਾਨੂੰ ਦੱਸਣਾ ਚਾਹਾਂਗੇ 6 ਜੂਨ ਨੂੰ ਘੱਲੂਘਾਰਾ ਸਮਾਗਮ ਹੋਣ ਵਾਲਾ ਹੈ ਤਾਂ ਉਸ ਤੋਂ ਪਹਿਲਾਂ ਸੁਰੱਖਿਆ ਦੇ ਕੜੇ ਇੰਤਜ਼ਾਮਾਤ ਜਿਹੜੇ ਨੇ ਅੰਮ੍ਰਿਤਸਰ ਵਿਖੇ ਕੀਤੇ ਗਏ ਨੇ। ਤੇ ਜਿਸ ਦੀ ਤਸਵੀਰ ਅਸੀਂ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ ਅੱਜ ਸ਼ਨੀਵਾਰ ਵਾਲੇ ਦਿਨ ਜਿਹੜਾ ਹੈ ਇੱਥੇ ਪੁਲਿਸ ਜਿਹੜੀ ਹੈ ਆਪਣੀ ਮੁਸਤੈਦੀ ਦਿਖਾ ਰਹੀ ਹੈ। ਤਾਂ ਉਸ ਤੋਂ ਬਾਅਦ ਤੁਹਾਨੂੰ ਦੱਸਣਾ ਚਾਹਾਂਗੇ ਇੰਪੋਰਟੈਂਟ ਪੁਆਇੰਟ ਅੰਮ੍ਰਿਤਸਰ ਦਾ ਇਸ ਕਰਕੇ ਹੈ ਕਿਉਂਕਿ ਭੰਡਾਰੀ ਪੁਲ ਤੋਂ ਹੀ ਰਸਤਾ ਜਿਹੜਾ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਾਂਦਾ ਹੈ। ਤਾਂ ਉਸ ਤੋਂ ਬਾਅਦ ਜਿਹੜਾ ਹੈ ਇਸ ਜਗ੍ਹਾ ਦੀ ਸਿਕਿਉਰਿਟੀ ਕਰਨੀ ਸਭ ਨਾਲੋਂ ਜ਼ਰੂਰੀ ਹੁੰਦੀ ਹੈ ਕਿ ਇੱਥੇ ਕਿਉਂਕਿ ਜਿਹੜਾ ਵੀ ਕੋਈ ਵਿਅਕਤੀ ਹੈ ਅਗਰ ਆਉਂਦਾ ਹੈ ਤਾਂ ਇਸੇ ਰਸਤੇ ਤੋਂ ਹੀ ਅੱਗੇ ਜਾਂਦਾ ਹੈ। ਤਾਂ ਫਿਲਹਾਲ ਜਿਹੜਾ ਸੈਂਟਰ ਪੁਆਇੰਟ ਹੈ ਉਹ ਇਹ ਹੈ ਉੱਥੇ ਜਿਹੜਾ ਹੈ ਪੁਲਿਸ ਦੇ ਸੁਰੱਖਿਆ ਤੈਨਾਤ ਕੀਤੀ ਗਈ। ਸਾਡੇ ਨਾਲ ਪੁਲਿਸ ਦੇ ਵੱਡੇ ਅਧਿਕਾਰੀ ਮੌਜੂਦ ਨੇ। ਸਰ ਕੀ ਹੈ ਸੁਰੱਖਿਆ ਤੇ ਕਿਹੜੀ ਕੰਪਨੀ ਇੱਥੇ ਬੁਲਾਈ ਗਈ ਜੀ? ਇਹ ਸੁਰੱਖਿਆ ਤੇ ਕਾਫੀ ਫੋਰਸਸ ਡਿਪਲੋਏ ਕੀਤੀਆਂ ਗਈਆਂ ਨੇ। ਸੀਪੀ ਸਾਹਿਬ ਵੱਲੋਂ ਅਰੁਣਪਾਲ ਸਿੰਘ IPS CP ਅੰਮ੍ਰਿਤਸਰ ਵੱਲੋਂ ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਉੱਤੇ ਇਹ ਜਿੰਨੀ ਫੋਰਸ ਲੱਗੀ ਹੋਈ ਹੈ। ਸਾਡੇ ਕੋਲ ਇੱਥੇ 75% ਇਨਕਲੂਡਿੰਗ ਲੇਡੀਜ਼ ਤੇ ਇੱਕ ਪੈਰਾਮਿਲਟਰੀ ਦੀ ਵੀ ਫੋਰਸ ਹੈ ਜਿਹੜੀ 4 ਤੋਂ 6 ਉਹ ਵੀ ਇੱਥੇ ਸਾਡੇ ਨਾਲ ਤੈਨਾਤ ਰਹਿੰਦੀ ਹੈ। ਤੇ ਪ੍ਰੋਪਰ ਇੱਥੇ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਕੋਈ ਵੀ ਅਨਇੰਟੋਵਰਡ ਇੰਸੀਡੈਂਟ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਨਾ ਹੋ ਸਕੇ। ਤਾਂ ਸਰ ਇੱਥੇ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਸਿਕਿਉਰਿਟੀ ਰਹਿੰਦੀ ਜੀ? ਇੱਥੇ 24 ਘੰਟੇ ਜੀ 6 ਤੋਂ 6 ਤੇ ਫਿਰ 6 ਤੋਂ 6 ਸ਼ਿਫਟ ਚੇਂਜ ਹੁੰਦੀ ਹੈ। ਹਾਂਜੀ ਲਗਾਤਾਰ ਇੱਥੇ ਜਿਹੜੇ 24 ਆਵਰ ਸਰਵਿਸ ਹੈ ਇੱਥੇ ਤੇ 24 ਆਵਰ ਇੱਥੇ ਫੋਰਸ ਤੈਨਾਤ ਰਹਿੰਦੀ ਹੈ। ਤਾਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤਾਂ ਦੱਸਿਆ ਜਾ ਰਿਹਾ ਹੈ ਐਕਸਟਰਾ ਜਿਹੜੀ ਫੋਰਸ ਤੈਨਾਤ ਕੀਤੀ ਗਈ ਤਾਂ ਪੈਰਾਮਿਲਟਰੀ ਫੋਰਸ ਵੀ ਤੈਨਾਤ ਕੀਤੀ ਗਈ ਹੈ। ਤਾਂ ਹੁਣ ਤੁਹਾਨੂੰ ਤਸਵੀਰ ਦਿਖਾਉਂਦੇ ਹਾਂ ਪੈਰਾਮਿਲਟਰੀ ਫੋਰਸ ਦੀ। ਤਾਂ ਜਿਸ ਤਰ੍ਹਾਂ ਪੁਲਿਸ ਦੇ ਅਧਿਕਾਰੀ ਨੇ ਦੱਸਿਆ ਕਿ ਇੱਥੇ ਜਿਹੜੇ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਗਏ ਨੇ। ਤਾਂ ਤੁਸੀਂ ਵੇਖ ਸਕਦੇ ਹੋ ਕਿ ਪੈਰਾਮਿਲਟਰੀ ਫੋਰਸ ਦੇ ਜਿਹੜੇ ਮੁਖੀ ਨੇ ਉਹਨਾਂ ਵੱਲੋਂ ਬਕਾਇਦਾ ਤੌਰ ਤੇ ਗਾਈਡ ਵੀ ਆਪਣੀ ਫੋਰਸਿਸ ਨੂੰ ਕੀਤਾ ਜਾ ਰਿਹਾ ਹੈ। ਤਾਂ ਇਹ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਅੰਮ੍ਰਿਤਸਰ ਤੋਂ ਨੇ। ਅੰਮ੍ਰਿਤਸਰ ਦੇ ਵਿੱਚ ਪੈਰਾਮਿਲਟਰੀ ਫੋਰਸ ਤੈਨਾਤ ਕੀਤੀ ਗਈ ਹੈ। ਤਾਂ ਤੁਸੀਂ ਦੇਖ ਸਕਦੇ ਹੋ RAF ਦੇ ਜਵਾਨ ਜਿਹੜੇ ਨੇ ਉਹ ਇੱਥੇ ਮੌਜੂਦ ਨੇ। ਤਾਂ ਉਹਨਾਂ ਵੱਲੋਂ ਕੜਾ ਸੁਰੱਖਿਆ ਪਹਿਰਾ ਜਿਹੜਾ ਇੱਥੇ ਕੀਤਾ ਗਿਆ ਨਾ ਤੇ RAF ਦੇ ਅਧਿਕਾਰੀ ਵੀ ਸਾਡੇ ਨਾਲ ਮੌਜੂਦ ਨੇ। ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਆਧੁਨਿਕ ਜਿਹੜੀਆਂ ਮਸ਼ੀਨ ਗਨਸ ਨੇ ਉਹ ਵੀ ਇੱਥੇ ਲਾਈਆਂ ਗਈਆਂ। ਸਰ ਇਹ ਕੀ ਹੈ ਜੀ? ਇਹ ਜਿਹੜੀ ਗਨ ਹੈ MSL है सर, MSL। हाँ जी, वो क्या होती है जी? इससे ग्रेनेड फायर होता है सर। ग्रेनेड फायर होता है। ਤੁਸੀਂ ਵੇਖ ਸਕਦੇ ਹੋ ਕਿ ग्रेनेड फायर करने वास्ते ਜਿਹੜੀ है इसको ਇੱਥੇ ਲਿਆਂਦਾ गया है। तो सर इसका इस्तेमाल कहाँ कैसे कौन से इलाकों में होता है, क्यों कब किया जाता है इसका इस्तेमाल? ये सर भीड़ भाड़ वाला इलाका में करते हैं फायर सर। तो कैसे इसके अंदर ग्रेनेड डलता है? ये सर इसको खोलते हैं। अच्छा इसको खोल के तो थोड़ी खोल के तो इसमें ग्रेनेड बढ़ा जाता है? हाँ सर। ग्रेनेड का वही साइज होता है जो होता है पहले वाला? हाँ सर। नहीं सर। हाँ जी नहीं सर इसका साइज होता है सर। अच्छा इसका अलग साइज होता है। तो ਤੁਸੀਂ ਵੇਖ ਸਕਦੇ ਹੋ RAF ਵੱਲੋਂ ਵਿਸ਼ੇਸ਼ ਜਿਹੜੀ ਹੈ ਟੁਕੜੀ ਤੈਨਾਤ ਕੀਤੀ ਗਈ ਹੈ। ਤਾਂ ਇਹ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਇਸ ਵਾਰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਹੋਵੇ ਤੇ ਗ੍ਰੇਨੇਡ ਗਨ ਜਿਹੜੀ ਹੈ ਉਹ ਵੀ ਇੱਥੇ ਲਗਾਈਆਂ ਗਈਆਂ ਨੇ ਜਿੱਥੋਂ ਦੀ ਗ੍ਰੇਨੇਡ ਜਿਹੜਾ ਫਾਇਰ ਕੀਤਾ ਜਾ ਸਕਦਾ ਹੈ। ਸਰ ਕਿੰਨੀ ਕੁ ਦੂਰੀ ਤੇ ਫਾਇਰ ਹੁੰਦਾ ਇੱਥੋਂ? इसको सर कंधे से फायर करते हैं सर। हाँ जी कंधे से फायर करते हैं। अच्छा जी जी इसका रेंज लगा के फायर करते हैं सर। जी ਤਾਂ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਰਹੇ RAF ਦੀ ਜਿਹੜੀ ਹੈ ਤੈਨਾਤ ਕੀਤੀ ਗਈ ਹੈ। ਤਾਂ ਵਿਸ਼ੇਸ਼ ਜਿਹੜੀਆਂ ਨੇ ਜਿਹੜੀਆਂ ਚੀਜ਼ਾਂ ਨੇ ਫੋਰਸਿਸ ਤੈਨਾਤ ਕੀਤੀਆਂ ਗਈਆਂ ਨੇ। ਤਾਂ ਤੁਹਾਨੂੰ ਦੱਸਣਾ ਚਾਹਾਂਗੇ ਤਾਂ ਇੱਥੋਂ ਦੀ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਜਿਹੜਾ ਹਾਲ ਬਾਜ਼ਾਰ ਨੂੰ ਰਸਤਾ ਜਾਂਦਾ ਹੈ ਉੱਥੇ ਪੁਲਿਸ ਕਰਮੀ ਤੈਨਾਤ ਕੀਤੇ ਗਏ ਨੇ। ਤਾਂ ਸੁਰੱਖਿਆ ਦਸਤਾ ਤੁਹਾਨੂੰ ਫਿਰ ਇੱਕ ਵਾਰ ਸਾਂਝਾ ਕਰ ਰਿਹਾ ਭੰਡਾਰੀ ਪੁਲ ਤੇ ਮੌਜੂਦ ਹਾਂ ਕਿਉਂਕਿ ਇਹੋ ਹੀ ਰਸਤਾ ਅੰਮ੍ਰਿਤਸਰ ਦੇ ਅੰਦਰੂਨੀ ਸ਼ਹਿਰ ਨੂੰ ਜਾਂਦਾ ਹੈ, ਵਾਲ ਸਿਟੀ ਨੂੰ ਜਾਂਦਾ ਹੈ। ਤਾਂ ਉੱਥੋਂ ਦੀ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ। ਤਾਂ ਭੰਡਾਰੀ ਪੁਲ ਦੇ ਇੱਕ ਵਾਰੀ ਫਿਰ ਤੁਹਾਨੂੰ ਦੱਸਣੇ ਆ ਕਿ ਕਿਸ ਤਰੀਕੇ ਦੇ ਨਾਲ ਸੁਰੱਖਿਆ ਕੜੀ ਕੀਤੀ ਹੈ ਕਿਉਂਕਿ ਇਹ ਰਸਤਾ ਜਿਹੜਾ ਹਾਲ ਬਾਜ਼ਾਰ ਨੂੰ ਜਾਂਦਾ ਹੈ ਔਰ ਹਾਲ ਬਾਜ਼ਾਰ ਦੇ ਅੰਦਰੋਂ ਹੀ ਜਿਹੜਾ ਮੇਨ ਮੁੱਖ ਮਾਰਗ ਹੈ ਜਿੱਥੋਂ ਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਇਆ ਜਾਂਦਾ ਹੈ। ਤਾਂ ਉਸ ਤੋਂ ਪਹਿਲਾਂ ਜਿਹੜੀ ਹੈ ਤਸਵੀਰ ਭੰਡਾਰੀ ਪੁਲ ਦੀ ਸਾਂਝੀ ਕਰ ਰਹੇ ਹਾਂ। ਤੁਸੀਂ ਵੇਖ ਸਕਦੇ ਹੋ ਕਿ ਬਕਾਇਦਾ ਤੌਰ ਤੇ ਵਾਹਨ ਤਿਆਰ ਕੀਤੇ ਗਏ ਨੇ। ਐਂਟੀ ਰਿਓਟ ਵਹੀਕਲਸ ਜਿਹੜੇ ਹੁੰਦੇ ਨੇ ਉਹਨਾਂ ਨੂੰ ਵੀ ਪਿੱਛੇ ਬੈਕਅਪ ਤੇ ਰੱਖਿਆ ਗਿਆ ਹੈ। ਤਾਂ ਇਸ ਤੋਂ ਇਲਾਵਾ ਜਿਹੜਾ ਹੈ ਸ਼ਹਿਰ ਦੇ ਸੁਰੱਖਿਆ ਪ੍ਰਬੰਧ ਤਿੱਖੇ ਅਤੇ ਮਜ਼ਬੂਤ ਕੀਤੇ ਗਏ ਨੇ। ਤਾਂ ਉਹ ਤਸਵੀਰ ਤੁਹਾਨੂੰ ਅਸੀਂ ਸਾਂਝੀ ਕਰ ਰਹੇ ਹਾਂ ਕਿ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ ਕਿ ਗ੍ਰੇਨੇਡ ਫਾਇਰ ਕਰਨ ਵਾਲੀ ਮਸ਼ੀਨਾਂ
ਜਿਹੜੀਆਂ ਨੇ ਉਹ ਵੀ ਇਸ ਵਾਰ ਲਿਆਂਦੀਆਂ ਗਈਆਂ ਨੇ। ਤਾਂ ਫਿਲਹਾਲ ਪੰਜਾਬ ਪੁਲਿਸ ਅਤੇ RAF ਜਿਹੜੀ ਹੈ ਰੈਪਿਡ ਐਕਸ਼ਨ ਫੋਰਸ ਇਸ ਨੂੰ ਕਿਹਾ ਜਾਂਦਾ ਹੈ, ਤਾਂ ਉਸ ਦੀ ਸੰਯੁਕਤ ਤੌਰ ਤੇ ਤੈਨਾਤੀ ਕੀਤੀ ਗਈ ਹੈ। ਤਾਂ ਪੁਲਿਸ ਦੀ ਪੈਣੀ ਨਜ਼ਰ ਹੈ, RAF ਦੇ ਜਵਾਨ ਵੀ ਨਾਲ ਸੱਦੇ ਗਏ ਨੇ, ਕੋਈ ਵੀ ਅਪਰੀय ਘਟਨਾ ਨਾ ਘਟੇ ਇਸ ਕਰਕੇ ਹਰ ਤਰ੍ਹਾਂ ਦੇ ਸੁਰੱਖਿਆ ਦੇ ਕੜੇ ਇੰਤਜ਼ਾਮਾਤ ਜਿਹੜੇ ਨੇ ਇੱਥੇ ਕੀਤੇ ਗਏ ਨੇ। ਤਾਂ ਜਿਹੜਾ ਰਸਤਾ ਅੰਮ੍ਰਿਤਸਰ ਤੋਂ ਬਾਹਰ ਨੂੰ ਜਾਂਦਾ ਹੈ ਉੱਥੇ ਵੀ ਸੁਰੱਖਿਆ ਦੇ ਕੜੇ ਇੰਤਜ਼ਾਮਾਤ ਹੈ। ਲੇਡੀਜ਼ ਪੁਲਿਸ ਦੇ ਨਾਲ ਜਿਹੜੇ ਹੈ RAF ਦੇ ਜਵਾਨ ਦੇ ਨਾਲ ਪੰਜਾਬ ਪੁਲਿਸ ਦੀ ਮਹਿਲਾ ਟੁਕੜੀ ਵੀ ਤੈਨਾਤ ਕੀਤੀ ਗਈ ਹੈ। ਦੱਸਣਾ ਚਾਹਾਂਗੇ ਕਿ ਪਟਿਆਲਾ ਹਿੰਸਾ ਤੋਂ ਬਾਅਦ ਸੁਰੱਖਿਆ ਜਿਹੜੀ ਹੈ ਕੜੀ ਕਰ ਦਿੱਤੀ ਗਈ ਹੈ, ਕਿਉਂਕਿ ਇਸ ਵਾਰ ਦੱਸਿਆ ਜਾ ਰਿਹਾ ਹੈ ਕਿ ਜਿੰਨੀ ਕੰਪਨੀ ਹਰ ਸਾਲ ਆਉਂਦੀਆਂ ਨੇ ਇਸ ਸਾਲ ਡਬਲ ਕੰਪਨੀ ਹੈ, ਕਿਉਂਕਿ ਪਟਿਆਲਾ ਜਿਹੜੀ ਹਿੰਸਾ ਹੋਈ ਸੀ ਤਾਂ ਉਸ ਤੋਂ ਬਾਅਦ ਸੁਰੱਖਿਆ ਨੂੰ ਲੈ ਕੇ ਸਵਾਲ ਖੜੇ ਹੋਏ ਸੀ। ਤੇ ਉਸ ਤੋਂ ਬਾਅਦ ਸਭ ਤੋਂ ਵੱਡਾ ਜਿਹੜਾ ਦਿਨ ਹੈ 6 ਜੂਨ, ਜਿਹੜਾ ਕਿ ਸਾਕਾ ਨੀਲਾ ਤਾਰਾ ਆਪਰੇਸ਼ਨ ਬਲੂ ਸਟਾਰ ਜਿਸ ਨੂੰ ਕਿਹਾ ਜਾਂਦਾ ਹੈ ਉਸ ਦੀ ਬਰਸੀ ਹੈ। ਤਾਂ ਉਸ ਮੌਕੇ ਜਿਹੜਾ ਹੈ ਇਸ ਤਰ੍ਹਾਂ ਦੇ ਹਾਲਾਤ ਕੁਝ ਅੰਮ੍ਰਿਤਸਰ ਸ਼ਹਿਰ ਦੇ ਨੇ। ਤਾਂ ਇਹ ਇੱਕ ਇਲਾਕੇ ਦੀ ਤਸਵੀਰ ਅਗਰ ਅਸੀਂ ਤੁਹਾਨੂੰ ਸਾਂਝੀ ਕੀਤੀ ਹੈ ਤਾਂ ਪੂਰੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਹਾਲਾਤ ਨੇ ਤੇ ਸਾਰੇ ਪਾਸੇ ਪੁਲਿਸ ਜਿਹੜੀ ਹੈ ਤੈਨਾਤ ਕੀਤੀ ਗਈ। ਤਾਂ ਹਰ ਇੱਕ ਚੌਂਕ ਜਿਹੜਾ ਕਿ ਮੁੱਖ ਚੌਂਕ ਜਿਹੜਾ ਦੱਸਿਆ ਜਾ ਰਿਹਾ ਹੈ ਉੱਥੇ 75 ਤੋਂ ਵੱਧ ਜਿਹੜੇ ਪੁਲਿਸ ਕਰਮੀ ਤੈਨਾਤ ਕੀਤੇ ਗਏ ਨੇ। ਇਸ ਤੋਂ ਬਾਅਦ ਜਿਹੜੇ ਕਿ ਹੋਰ ਛੋਟੇ ਇਲਾਕੇ ਨੇ ਜਿਹੜੇ ਕਿ ਗਲੀਆਂ ਰਾਹੀਂ ਜਿਹੜੇ ਰਸਤੇ ਜਿਹੜੇ ਦਰਬਾਰ ਸਾਹਿਬ ਨੂੰ ਜਾਂਦੇ ਨੇ ਉੱਥੇ ਵੀ ਸੁਰੱਖਿਆ ਦੇ ਕੜੇ ਇੰਤਜ਼ਾਮਾਤ ਨੇ। ਤਾਂ ਹੁਣ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਕਿ ਜਿਹੜਾ ਗ੍ਰੇਨੇਡ ਫਾਇਰ ਕਰਨ ਵਾਲੀ ਮਸ਼ੀਨ ਹੈ ਉਸ ਨੂੰ ਵੀ ਇਸ ਵਾਰ ਸੁਰੱਖਿਆ ਦਸਤੇ 'ਚ ਰੱਖਿਆ ਗਿਆ ਹੈ। ਤਾਂ ਜਿਸ ਤਰ੍ਹਾਂ ਅਧਿਕਾਰੀ ਨੇ ਦੱਸਿਆ ਸੀ, ਉਸ ਜਵਾਨ ਨੇ ਵੀ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇਹ 'ਚੋਂ ਫਾਇਰ ਹੁੰਦਾ ਹੈ, ਤਾਂ ਉਹ ਵੀ ਇਸ ਵਾਰ ਜਿਹੜਾ ਹੈ ਰੱਖਿਆ ਗਿਆ ਹੈ। ਤਾਂ ਪੁਲਿਸ ਕਰਮੀ ਤੈਨਾਤ ਨੇ। ਹਾਲ ਬਾਜ਼ਾਰ ਦਾ ਜਿਹੜਾ ਸਾਰਾ ਰਸਤਾ ਹੈ ਉੱਥੇ ਜਿਹੜੇ ਸੁਰੱਖਿਆ ਦੇ ਕੜੇ ਇੰਤਜ਼ਾਮਾਤ ਕੀਤੇ ਗਏ ਨੇ। ਤਾਂ ਫਿਲਹਾਲ ਹੁਣ ਵੇਖਣਾ ਹੋਏਗਾ ਕਿ 6 ਜੂਨ ਜਿਹੜਾ ਕਿ ਸਾਕਾ ਨੀਲਾ ਤਾਰਾ ਦੀ ਜਿਹੜੀ ਬਰਸੀ ਹੈ ਉਸ ਮੌਕੇ ਕਿਆ ਸੁਰੱਖਿਆ ਦੇ ਜਿਹੜੇ ਇੰਤਜ਼ਾਮਾਤ ਕਾਮਯਾਬ ਹੋ ਪਾਉਂਦੇ ਨਾ ਨਹੀਂ। ਲੇਕਿਨ ਵੱਡਾ ਸਵਾਲ ਹੈ ਕਿ ਇੰਨੀ ਸੁਰੱਖਿਆ ਕਿਉਂ, ਕਿਉਂਕਿ ਇਸ ਤਰ੍ਹਾਂ ਦੇ ਬੀਤੇ ਕੁਝ ਸਮੇਂ 'ਚ ਗੱਲਾਂ ਆ ਰਹੀਆਂ ਸੀ ਕਿ ਵਿਦੇਸ਼ 'ਚ ਬੈਠੇ ਜਿਹੜੇ ਲੋਕ ਨੇ ਉਹ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਨੇ। ਲੇਕਿਨ ਆਮ ਆਦਮੀ ਪਾਰਟੀ ਦੀ ਪਹਿਲੀ ਵਾਰ ਪੰਜਾਬ ਸਰਕਾਰ ਆਈ ਹੈ ਤਾਂ ਪਹਿਲਾ ਜਿਹੜਾ ਵੱਡਾ ਆਪਰੇਸ਼ਨ ਹੈ ਜੋ ਕਿ ਸਾਕਾ ਨੀਲਾ ਤਾਰਾ ਦੇ ਨਾਮ ਦੇ ਨਾਲ ਜਿਹਦੀ ਬਰਸੀ ਮਨਾਈ ਜਾਂਦੀ ਹੈ, ਤਾਂ ਉਸ ਮੌਕੇ ਜਿਹੜੇ ਹੈ ਸੁਰੱਖਿਆ ਦੇ ਕੜੇ ਇੰਤਜ਼ਾਮਾਤ ਅੰਮ੍ਰਿਤਸਰ ਵਿਖੇ ਕੀਤੇ ਗਏ ਨੇ। ਤਾਂ ਪਹਿਲੀ ਵਾਰ ਗ੍ਰੇਨੇਡ ਫਾਇਰ ਮਸ਼ੀਨ ਵੀ ਇਸ ਵਾਰ ਇਸ ਸੁਰੱਖਿਆ ਦਸਤੇ ਦੇ ਵਿੱਚ ਸ਼ਾਮਲ ਕੀਤੀ ਗਈ ਹੈ। ਸੁਮਿਤ ਖੰਨਾ, ਗ੍ਰੇਟ ਪੰਜਾਬ TV, ਅੰਮ੍ਰਿਤਸਰ।